अस्सलाम वालेकुम। उम्मीद करदा सारे मेरे वीर भरा ठीक होणगे। ते दोस्तों अज दी वीडियो स्टार्ट करन तो पहले अगर तुसी मेरे चैनल ते नवे आए हो तो इहदा घंटी दा निशान दबा दिओ, सबसक्राइब यानी कि लाल बटन है जिहड़ा दबा दिओ ताकि आने वाली हर वीडियो तुहाडे तक बासानी पहुंच सके। ते इन्हां दी मैं कहना कि यूथीए ने यूथीए खैर मैं यूथीए ते हुण कहना नहीं चाहिए, जिहड़ा हुण दौर चल रहा है इहदे विच यूथीआ तो कोई रह नहीं, क्योंकि यूथ जिहड़ी सी ना, यूथ एक चेंज ਲਈ खड़ी हुई सी, एक तब्दीली ਲਈ खड़ी हुई सी कि शायद यार कोई मुल्क च कोई तब्दीली होएगी। खैर उन्हां दी खैर मैं भी इज्जत करदा कि जिहड़ी यूथीए सी ना, असल यूथीए यूथ जिहड़ी है सी ना, यूथ नौजवान नूं कहंदे ने कि वो एक तब्दीली वास्ते खड़ी हुई सी। ते ਜਿਹੜੇ ਹੁਣ ਇਸ ਟਾਈਮ ਹੀ ਹੈ ਨੇ ਉਹ ਕੋਈ यूथीए नहीं है ने, ਉਹ ਚੂਤੀਏ। ਉਹਨਾਂ ਨੂੰ ਤੁਸੀਂ ਚੂਤੀਏ ਕਹੋ, यूथीए नहीं, क्योंकि ਉਹ ਚੂਤੀਏ ਬਣਦੇ ਆ ਰਹੇ ਨੇ ਔਰ ਉਹਨਾਂ ਨੂੰ ਬਣਾਉਂਦਾ ਆ ਰਿਹਾ ਹੈ। ਤੇ ਇਹ ਬੜਾ ਜੀ ਇਮਰਾਨ ਖਾਨ ਦਾ ਰਾਗ ਅਲਾਪਦੇ ਨੇ ਜੀ, ਇਹ ਬੜਾ ਜੀ ਇਸਲਾਮ ਦੇ ਬਾਰੇ ਚ ਬਹੁਤ ਕੰਮ ਕਰ ਰਿਹਾ ਜੀ। ਇਹਨੇ ਦੇਖੋ ਜੀ, ਇਹਨੇ ਇਹ ਕੀਤਾ, ਇਹਨੇ ਜੀ ਤਕਰੀਰ ਐਸੀ ਕੀਤੀ, ਇਹਨੇ ਫਲਾਂ ਐਸਾ ਕੀਤਾ, ਇਹਦੀ ਜ਼ਬਾਨ ਦੇਖੋ ਕਿੰਨੀ ਜ਼ਬਰਦਸਤ ਹੈ। ਇਹਨੇ ਜੀ ਤਕਰੀਰ ਸ਼ੁਰੂ ਕਰਦਾ ਹੈ ਤਾਂ ਈਆ ਕਾ ਨਾਬੁਦੂ व ਈਆ ਕਾ ਨਸਤਾਈਨ ਪੜਦਾ ਹੈ ਤੇ ਇਸ ਤਰ੍ਹਾਂ। ਤੇ ਉਹ ਚੂਤੀਓ ਉਹ ਇਹ ਮੁਨਾਫਕ ਦੁਨੀਆ ਦਾ ਮੈਂ ਕਹਿੰਦਾ ਕਿ ਆਖਰੀ ਮੁਨਾਫਕ ਬੰਦਾ ਹੈ। ਆਖਰੀ ਕੀ ਮੈਂ ਯਾਰ ਹੁਣ ਕੀ ਹੁਣ ਕਹਾਂ ਤੁਹਾਨੂੰ ਕਿ ਤੁਸੀਂ ਤੇ ਬਿਲਕੁਲ ਚੂਤੀਏ ਬਣ ਗਏ ਹੋ। ਤੁਸੀਂ ਕਿਸੇ ਵਡੇਰੇ ਕੋਲੋਂ, ਕਿਸੇ ਆਪਣੇ ਆਲਮ ਕੋਲੋਂ ਜਾਂ ਕਿਸੇ ਆਪਣੇ ਵੱਡੇ ਪਿਓ ਦਾਦੇ ਕੋਲੋਂ, ਕਿਉਂਕਿ ਦੀਨ ਅਗਰ ਤੁਸੀਂ ਨਹੀਂ ਪੜਿਆ, ਦੀਨ ਦੇ ਨੇੜੇ ਨਹੀਂ ਗਏ, ਧਰਨੇ 'ਚ ਹੀ ਨੱਚੇ ਹੋ ਸਾਰੀ ਉਮਰ, ਤੇ ਕਿਸੇ ਕੋਲੋਂ ਪੁੱਛ ਕੇ ਦੇਖੋ ਕਿ ਮੁਨਾਫਿਕੀਨ ਮੱਕਾ ਜਿਹੜੇ ਹੁੰਦੇ ਸੀ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਦੌਰ ਦੇ ਵਿੱਚ, ਉਹ ਕੈਸੇ ਦੀਨ ਦੇ ਕੰਮ ਕਰਦੇ ਹੁੰਦੇ ਸੀਗੇ। ਉਸ ਦੌਰ ਦੇ ਵਿੱਚ ਤੁਸੀਂ ਹੁੰਦੇ, ਤੁਸੀਂ ਉਹਨਾਂ ਨੂੰ ਦੇਖ ਕੇ ਦੇਖਦੇ ਤੇ ਤੁਸੀਂ ਕਹਿਣਾ ਜੀ ਉਹ ਸਾਡਾ ਤੇ ਮੁਰਸ਼ਿਦ ਹੀ ਇਹ ਨੇ। ਦੇਖੋ ਜੀ ਕਿੰਨੇ ਦੀਨਦਾਰ ਲੋਕ ਨੇ। ਸਿਰਫ ਉਹ ਮੁਨਾਫਿਕ ਹੁੰਦੇ ਸੀ, ਉਤੋਂ ਦੀਨਦਾਰੀ ਦਿਖਾਉਂਦੇ ਸੀ, ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਹੋਣ ਦਾ ਦਾਅਵਾ ਕਰਦੇ ਸੀ, ਅੰਦਰੋਂ ਅੰਦਰੀ ਉਹ ਕੁਫਾਰ ਦੇ ਨਾਲ ਹੁੰਦੇ ਸੀ। ਤੇ ਤੁਹਾਨੂੰ ਪਤਾ ਹੈ ਕਿ ਕਾਫਰਾਂ ਤੋਂ ਵੀ ਬਦਤਰ ਨੇ ਜਿਹੜੇ ਮੁਨਾਫਿਕ ਨੇ। ਅੱਜ ਤੱਕ ਇਹਨੇ ਜਿਹੜੇ ਵੀ ਵਾਅਦੇ ਕੀਤੇ, ਕਿਸੇ ਵਾਅਦੇ ਛੋੜੋ, ਕੋਈ ਵੀ ਇਹਨੇ ਜ਼ਬਾਨੋਂ ਲਫ਼ਜ਼ ਕੱਢਿਆ ਉਹ ਪੂਰਾ ਕੀਤਾ ਹੋਵੇ। ਨੋਟਿਸ ਲੈਂਦਾ ਹੈ, ਜਿਹੜੀ ਚੀਜ਼ ਲੈਂਦਾ ਹੈ ਉਹ ਚੀਜ਼ ਡਬਲ ਹੋ ਜਾਂਦੀ ਹੈ। ਤੇ ਕੁਛ ਗੈਰਤ ਕਰੋ, ਗੈਰਤ ਦਾ ਮੁਜ਼ਾਹਰਾ ਕਰੋ। ਉਹ ਹੁਣ ਵੀ ਹੋਸ਼ ਦੇ ਨਾਖੁਨ ਲਓ। ਇਹ ਇੱਕ ਬਹੁਤ ਵੱਡੀ ਚਾਲ ਯਾਰ। ਇਹਦੇ ਆਉਣ ਤੋਂ ਪਹਿਲੇ 1982 ਜਾਂ 92 ਦੀ ਇੱਕ ਮੈਂ ਤਕਰੀਰ ਸੁਣ ਰਿਹਾ ਸੀ ਡਾਕਟਰ ਇਸਰਾਰ ਅਹਿਮਦ ਦੀ। ਉਹ ਸਾਰੀਆਂ ਗੱਲਾਂ ਉਦੋਂ ਦੱਸ ਗਿਆ ਹੈ ਕਿ ਇੱਕ ਬੰਦਾ ਤਿਆਰ ਕੀਤਾ ਜਾ ਰਿਹਾ ਹੈ ਯਹੂਦੀਆਂ ਦੀ ਤਰਫੋਂ ਕਿ ਪਾਕਿਸਤਾਨ ਦੇ ਵਿੱਚ ਐਸਾ ਨਿਜ਼ਾਮ ਆਉਣਾ ਹੈ। ਤੇ ਤੁਹਾਨੂੰ ਚੂਤੀਆ ਕਿਉਂ ਨਾ ਕਿਹਾ ਜਾਵੇ। ਉਹ ਜਿਹਨੂੰ 50 ਰੁਪਏ ਕਿਲੋ 52 ਰੁਪਏ ਕਿਲੋ ਚੀਨੀ ਦੀ ਕਰਪਸ਼ਨ ਨਜ਼ਰ ਆਵੇ ਤੇ 150 ਪੌਣੇ 200 ਫਿਰ ਕਹਿੰਦੇ ਜੀ ਇਹ ਇਹਨੇ ਕੀਤੀ ਹੈ ਜੀ, ਇਹ ਉਹ ਕਰ ਰਹੇ ਨੇ, ਇਹ ਜੀ ਮਾਫੀਆ, ਸ਼ੂਗਰ ਮਾਫੀਆ ਇਦਾਂ ਹੋ ਗਿਆ, ਫਲਾਣ ਮਾਫੀਆ ਇਦਾਂ ਹੋ ਗਿਆ। ਉਹ ਭਾਈ ਇਹਨੂੰ ਕੰਟਰੋਲ ਕਿੰਨੇ ਕਰਨਾ ਹੈ? ਮਾਫੀਆ ਨੂੰ, ਸ਼ੂਗਰ ਮਾਫੀਆ ਨੂੰ ਕੰਟਰੋਲ ਕਿੰਨੇ ਕਰਨਾ ਹੈ? ਹੁਕਮਰਾਨ ਕਾਹਦਾ ਬਣਿਆ ਜਿਹਦੇ ਕੋਲ ਕੁਝ ਨਹੀਂ ਹੁੰਦਾ, ਛੱਡ ਕੇ ਸਾਈਡ ਤੇ ਹੋ ਜਾਵੇ ਜੇ ਨਹੀਂ ਫੜ ਸਕਦਾ। ਉਹ ਹੁਣ ਛੋਟੇ ਜਿਹੜੇ ਦੁਕਾਨਦਾਰ ਨੇ ਨਾ, ਉਹ ਵੀ ਟੰਕੇ ਦੀ ਚੋਟ ਦੇ ਉੱਤੇ ਰਗੜਾ ਲਾਈ ਪਏ ਨੇ ਆਵਾਮ ਨੂੰ। ਮੇਰੇ ਨਜ਼ਦੀਕ ਮੈਂ ਖੁਦ ਦੁਕਾਨਦਾਰ ਦੇਖੇ ਨੇ। ਅਗਰ ਉਹਨਾਂ ਨੂੰ ਕੋਈ ਕਹਿ ਦੇਵੇ ਨਾ ਕਿ ਯਾਰ ਮਾਰਕੀਟ ਦੇ ਵਿੱਚ ਚੀਨੀ ਮਿਲ ਰਹੀ ਹੈ, ਅਗਰ ਮਿਸਾਲ 140 ਰੁਪਏ, ਤੁਸੀਂ 150 ਜਾਂ 155 ਜਾਂ 60 ਕਿਉਂ ਲਾ ਰਹੇ ਹੋ? ਤੁਹਾਨੂੰ ਕੋਈ ਪੁੱਛਣ ਦੱਸਣ ਵਾਲਾ ਕੋਈ ਨਹੀਂ। ਉਹ ਕੋਲ ਠੋਕ ਵਜਾ ਕੇ ਦੱਸਦੇ ਨੇ। ਉਹ ਕਹਿੰਦੇ ਭਾਈ ਪਹਿਲੇ ਚੋਰਾਂ ਦੀ ਹੁਕੂਮਤ ਸੀਗੀ, ਉਹਨਾਂ ਦੀ ਹੁਕੂਮਤ ਸੀ ਤੇ ਸਾਨੂੰ ਡਰ ਹੁੰਦਾ ਸੀਗਾ ਕਿ ਕੋਈ ਸਿਵਲ ਵਰਦੀ ਦੇ ਵਿੱਚ ਕੋਈ ਆ ਕੇ ਸਾਡੇ ਕੋਲੋਂ ਚੀਨੀ ਪਾਈ ਅੱਧਾ ਕਿਲੋ ਲੈ ਕੇ ਰੇਟ ਕਨਫਰਮ ਕਰਕੇ ਤੇ ਸਾਡੇ ਨੂੰ ਕੋਈ ਜੁਰਮਾਨਾ ਨਾ ਠੋਕ ਦੇਵੇ, ਸਾਨੂੰ ਕੋਈ ਮਸਲਾ ਨਾ ਬਣ ਜਾਵੇ। ਹੁਣ ਸਾਨੂੰ ਕਿਹਨੇ ਪੁੱਛਣਾ ਹੈ? ਹੁਣ ਜਿੰਨੇ ਵੀ ਵਜ਼ੀਰੋ ਮੁਸ਼ੇਰ ਜੋ ਵੀ ਰੱਖੇ ਨੇ, ਉਹਨਾਂ ਨੇ ਉਹਦੇ ਪੁਰਾਣਿਆਂ ਨੂੰ ਚੋਰ ਕਰਨ ਲਈ ਰੱਖੇ ਨੇ। ਉਹਨੂੰ ਇੱਕੋ ਕੰਮ ਲਾਇਆ ਉਹਨੇ, ਹੋਰ ਮੁਲਕ ਦੇ ਕੰਮ ਵਾਸਤੇ ਨੂੰ ਲਾਇਆ ਨਹੀਂ। ਮੈਨੂੰ ਦੱਸੋ ਕੋਈ ਇੱਕ ਕੰਮ, ਕੋਈ ਇੱਕ ਚੀਜ਼, ਕੋਈ ਇੱਕ ਕਿਸੇ ਰੋਡ ਦੇ ਕਿਨਾਰੇ ਉਹ ਇੱਟ ਲੱਗੀ ਹੋਵੇ, ਕੋਈ ਗਟਰ ਦਾ ਪੈਪ ਪਿਆ ਹੋਵੇ। ਇਸ ਦੌਰੇ ਹੁਕੂਮਤ ਦੇ ਵਿੱਚ ਬੇੜਾ ਗਰਕ ਹੀ ਕੀਤਾ ਮੁਲਕ ਦਾ। ਮਜ਼ੀਦ ਅੱਛਾ ਫਿਰ ਜੀ ਇਹ ਕਰਜ਼ੇ ਲਾਉਣ ਆਇਆ ਜੀ, ਇਹ ਮੁਸ਼ਕਿਲ ਵਕਤ ਆਇਆ ਜੀ, ਇਹ ਮੁਸ਼ਕਿਲ ਵਕਤ ਟਲ ਜਾਏਗਾ ਜੀ, ਤੁਸੀਂ ਬਰਦਾਸ਼ਤ ਕਰੋ ਜੀ, ਮਹਿੰਗਾਈ ਬਰਦਾਸ਼ਤ ਕਰੋ, ਟੈਕਸ ਤਾਂ ਲੱਗ ਰਹੇ ਨੇ ਜੀ, ਇਹ ਕਰਜ਼ਾ ਹੋ ਰਿਹਾ। ਔਰ ਹੁਣ ਥੋੜੇ ਦਿਨ ਪਹਿਲੇ ਇੱਕ ਰਿਪੋਰਟ ਦੇਖੀ, ਉਹਦੇ ਵਿੱਚ ਦੱਸ ਰਹੇ ਸੀ ਕਿ 1200-1300 ਅਰਬ ਪਤਾ ਨਹੀਂ ਕਿੰਨੇ ਅਰਬ ਉਹਨੇ ਨੈਬ ਨੇ ਇਕੱਠੇ ਕੀਤੇ ਨੇ ਤੇ ਉਹ ਖਜ਼ਾਨੇ 'ਚ ਸਿਰਫ ਹੈ 5-6 ਅਰਬ ਰੁਪਏ, ਬਾਕੀ ਕਿੱਧਰ ਗਿਆ? ਵਜ਼ੀਰ ਮਸ਼ੀਰ ਸਾਰੇ ਇਹਦੇ ਬਾਹਰ ਦੇ ਨੇ, ਉਹਨਾਂ ਨੇ ਕੱਪੜੇ ਝਾੜਨੇ ਤੇ ਉਹ ਜਾਣਾ। ਇਹ ਤੇ ਕੰਮ ਹੋ ਗਿਆ ਕਿ ਅੰਨੇ ਕਰਨ ਖਰਾਇਤ ਤੇ ਮੁੜ ਦੇਣ ਆਪਣਿਆਂ ਨੂੰ। ਇਹ ਤੇ ਉਹ ਕੰਮ ਹੋ ਗਿਆ। ਇਹਨੇ ਵੀ ਇਸ ਖੋਤੇ ਨੇ ਵੀ ਐਵੇਂ ਕਰਨਾ। ਉਹ ਜਿਵੇਂ ਉਹ ਇੱਕ ਆਪਣਾ ਮਸ਼ਹੂਰ ਯਾਰ, ਮੇਰਾ ਹੁਣ ਜ਼ਿਹਨ 'ਚ ਨਾਂ ਨਹੀਂ ਹੈਗਾ, ਉਹ ਅਸੈਂਬਲੀ ਦਾ ਮੈਂਬਰ ਹੈਗਾ, ਪੰਜਾਬ ਅਸੈਂਬਲੀ ਦਾ, ਵੱਟੂ ਪਤਾ ਨਹੀਂ ਕੀ ਨਾਮ, ਮੇਰੇ ਜ਼ਿਹਨ 'ਚ ਨਹੀਂ ਹੈ ਹੁਣ। ਉਹ ਕਹਿੰਦਾ ਹੈ ਕਿ ਇੱਕ ਨਾਈ ਨੇ ਦੇਗ ਪਕਾਈ ਤੇ ਉਹ ਨਾ ਦੇਗ ਥੱਲੋਂ ਲੱਗ ਗਈ। ਨਾਈ ਬੜਾ ਪਰੇਸ਼ਾਨ ਹੋਇਆ ਵਿਆਹ ਦੇ ਉੱਤੇ। ਤੇ ਉਹਨੇ ਕਿਹਾ ਹੁਣ ਕੀ ਕਰਾਂ ਮੈਂ, ਕਿ ਦੇਗ ਦੇ ਚੌਲ ਤੇ ਥੱਲੋਂ ਲੱਗ ਗਏ ਨੇ, ਹੁਣ ਕੀ ਬਹਾਨਾ ਮਾਰਾਂ। ਥੋੜੀ ਦੇਰ ਸੋਚਣ ਤੋਂ ਬਾਅਦ ਉਹ ਕਹਿਣ ਲੱਗਾ ਬਈ ਤੁਸੀਂ ਹਰ ਕਿਸੇ ਨੂੰ ਮਨਾ ਕਰ ਦਿਓ, ਬਰਾਤੀਆਂ ਨੂੰ ਵੀ ਆਪਣਾ ਇਤਲਾਹ ਭੇਜ ਦਿਓ ਕਿ ਅਗਰ ਕਿਸੇ ਨੇ ਕੋਈ ਛੁਰਲੀ ਪਟਾਕਾ ਜਾਂ ਕੋਈ ਚੀਜ਼ ਚਲਾਈ ਨਾ
ਤੇ ਚੌਲ ਖਰਾਬ ਹੋ ਜਾਣੇ, ਚੌਲ ਲੱਗ ਜਾਣੇ ਤੇ ਫਿਰ ਨਾ ਕਹੀਓ। ਉਹਨਾਂ ਨੇ ਕਿਹਾ ਲੈ ਇਹ ਕਿਦਾਂ ਦੀ ਲੌਜੀਕ? ਉਹਨੇ ਕਿਹਾ ਭਾਈ ਇਹ ਹੈ ਲੌਜੀਕ, ਤੁਸੀਂ ਮੈਂ ਕਹਿ ਰਿਹਾ ਤਲਾਕ ਕਰ ਦਿਓ, ਫਿਰ ਮੈਂ ਜ਼ਿੰਮੇਦਾਰ ਹਾਂ, ਕਰ ਇਦਾਂ ਦਾ ਕੋਈ ਮਸਲਾ ਹੋਏਗਾ। ਉਹਨੇ ਕਿਹਾ ਠੀਕ ਹੈ ਜੀ। ਉਹਨੇ ਹਰ ਪਾਸੇ ਨੂੰ ਤਲਾਕ ਕਰ ਦਿੱਤੀ। ਲੇਕਿਨ ਜਦੋਂ ਬਰਾਤੀ ਆਏ, ਜੋਸ਼ ਦੇ ਵਿੱਚ ਆਏ, ਉਹ ਗੱਲ ਭੁੱਲ ਗਿਆ ਹਰ ਚੀਜ਼। ਉਹਨਾਂ ਨੇ ਆਂਦੇ ਜੀ ਪਟਾਕਾ ਛੱਡਤਾ, ਛੁਰਲੀ ਛੱਡਦੀ। ਉਹ ਜਿਵੇਂ ਪਟਾਕਾ ਛੁਰਲੀ ਛੱਡੀ ਉਹਨਾਂ ਨੇ, ਤੇ ਉਹਨੇ ਜੀ ਆਪਣਾ ਪਟਕਾ ਚੱਕਿਆ, ਮੋਢੇ ਤੇ ਸਿੱਟਿਆ ਨਾਈ ਨੇ। ਤੇ ਨਾਈ ਕਹਿੰਦਾ ਲੈ ਵੀ ਮੈਂ ਤੁਹਾਨੂੰ ਰੋਕਿਆ ਸੀ ਨਾ, ਛੁਰਲੀ ਪਟਾਕਾ ਨਾ ਛੱਡਿਓ। ਕਹਿੰਦਾ ਕੀ ਹੋਇਆ? ਕਹਿੰਦਾ ਉਹ ਲੱਗ ਗਿਆ ਜੇ। ਉਹਨਾਂ ਨੂੰ ਕਹਿ ਸਹੀ ਕਰ ਲਓ ਹੁਣ, ਇਹ ਕੰਮ ਇਹਦਾ ਹੈ। ਇਹਨੇ ਐਂਡ ਤੇ ਪਟਕਾ ਚੱਕਣਾ ਤੇ ਝਾੜਨਾ ਤੇ ਉਹ ਪਜਾਣਾ, ਤੇ ਯੂਥੀਆਂ ਨੇ ਚੂਥੀਆਂ ਨੇ ਸਾਰੀ ਉਮਰ ਇਦਾਂ ਹੀ ਚੂਥੀਆਂ ਬਣਿਆ ਰਹਿਣਾ। ਉਹ ਮਾਫੀ ਦੇ ਦਿਓ, ਖੁਦਾ ਦਾ ਨਾਮ ਨੂੰ। ਇੱਕ ਹੀ ਜਿਹੜੀ ਜਮਾਤ ਕੋਈ ਕੰਮ ਦੀ ਆਈ ਏ ਸਾਡੇ ਮੁਲਕ ਦੇ ਵਿੱਚ, ਜਿਹੜੀ ਯਾਨੀ ਕਿ ਸ਼ਰੀਅਤ ਦੇ ਹਿਸਾਬ ਨਾਲ ਚੱਲਣ ਵਾਲੀ, ਉਹਨੂੰ ਤੁਸੀਂ ਕੱਲ ਅਦਮ ਕਰਾ ਦਿੱਤਾ ਹੈ। ਉੱਤੇ ਤੁਸੀਂ ਪਾਬੰਦੀਆਂ ਲਾਤੀਆਂ ਨੇ। ਉਹ ਅਕਲ ਨੂੰ ਹੱਥ ਮਾਰੋ, ਉਹ ਅਕਲ ਨੂੰ ਹੱਥ ਮਾਰੋ।